ਮਿੰਟੂ ਜੀ, ਰਾਮੂਵਾਲੀਆ ਦੇ ਸਾਬਕਾ ਪੀਏ ਨੇ ਬੜੇ ਗੰਭੀਰ ਦੋਸ਼ ਲਗਾਏ ਨੇ ਉਹਨਾਂ ਤੇ। ਕਹਿ ਰਹੇ ਕਿ ਗੈਂਗਸਟਰਸ ਨੂੰ ਪਨਾਹ ਦਿੰਦੇ ਨੇ ਤੇ ਕੁੜੀਆਂ ਦਾ ਸ਼ੋਸ਼ਣ ਕਰਦੇ ਨੇ ਰਾਮੂਵਾਲੀਆ। ਕੀ ਵੇਰਵਾ ਜੀ? ਬਿਲਕੁਲ। ਵੈਸੇ ਪੀਏ ਵਗੈਰਾ ਜਿਹੜੇ ਹੁੰਦੇ ਨੇ, ਤੁਹਾਨੂੰ ਪਤਾ ਹੀ ਆ ਕਿ ਜਦੋਂ ਇਹ ਵਿਗੜ ਜਾਣ ਤਾਂ ਸਮਝ ਲਓ ਕਿ ਮਾਮਲਾ ਗੜਬੜ ਆ। ਹਾਲਾਂਕਿ ਅਸੀਂ ਸਪਸ਼ਟ ਕਰ ਦਈਏ ਕਿ ਸਾਡੀ ਟੀਮ ਨੇ ਰਾਮੂਵਾਲੀਆ ਸਾਹਿਬ ਦੇ ਨਾਲ ਰਾਬਤਾ ਕਰਨ ਦਾ ਯਤਨ ਕੀਤਾ ਸੀ। ਉਹਨਾਂ ਨੇ ਫੋਨ ਚੱਕ ਵੀ ਲਿਆ। ਫਿਰ ਉਹ ਕਹਿੰਦੇ ਕਿ ਮੈਂ ਜਹਾਜ਼ ਦੇ ਵਿੱਚ ਆ। ਪਤਾ ਨਹੀਂ, ਉਹ ਕਹਿ ਰਹੇ ਸੀਗੇ ਕਿ ਹੁਣ ਥੋੜਾ ਜਿਹਾ ਮੈਨੂੰ ਟਾਈਮ ਮਿਲਿਆ ਤੇ ਮੈਂ ਬਾਅਦ ਚ ਕਰਨਾ ਤੁਹਾਨੂੰ 10-15 ਮਿੰਟ ਬਾਅਦ। ਪਰ ਉਹਨਾਂ ਨੇ ਸਾਡੇ ਨਾਲ ਕੋਈ ਗੱਲਬਾਤ ਉਸ ਤੋਂ ਬਾਅਦ ਨਹੀਂ ਕੀਤੀ। ਫੋਨ ਜ਼ਰੂਰ ਕੀਤਾ ਪਰ ਉਹਨਾਂ ਦਾ ਫੋਨ ਨੈਟਵਰਕ ਤੋਂ ਬਾਹਰ ਸੀਗਾ। ਅੱਛਾ, ਇਹ ਹੁਣ ਕਹਾਣੀ ਜਿਹੜੀ ਹੈ ਉਹ ਸਟਾਰਟ ਹੁੰਦੀ ਹੈ ਬੀਤੇ ਕੁਝ ਦਿਨ ਪਹਿਲਾਂ ਤੋਂ। ਇਹਨਾਂ ਨੇ ਇੱਕ ਮਾਮਲਾ ਦਰਜ ਕਰਵਾਇਆ ਸੀਗਾ। ਇਹਨਾਂ ਦਾ ਪਿੰਡ ਹੈ ਮੋਗਾ ਜ਼ਿਲ੍ਹੇ ਦੇ ਵਿੱਚ। ਤਾਂ ਇਸ ਪਿੰਡ ਦਾ ਜਿਹੜਾ ਮਾਮਲਾ ਸੀਗਾ ਉਹ ਕੁਝ ਇਸ ਕਿਸਮ ਦਾ ਨਿਕਲਿਆ ਰਾਮੂਵਾਲ ਤੋਂ ਕਿ ਇਹਨਾਂ ਦਾ ਜਿਹੜਾ ਪੁਸ਼ਤੈਨੀ ਘਰ ਆ ਉਹਦੇ ਵਿੱਚੋਂ 75 ਲੱਖ ਰੁਪਏ ਤੇ ਗਹਿਣੇ ਕੁਝ ਚੋਰੀ ਹੋ ਜਾਂਦੇ ਆ। 75 ਲੱਖ। ਅੱਛਾ, ਉਹ ਦੋਸ਼ ਲੱਗਦਾ ਸਾਬਕਾ ਪੀਏ ਗੁਰਪਾਲ ਸਿੰਘ ਤੇ ਕਿਹਾ ਜਾਂਦਾ ਹੈ ਕਿ ਉਹ ਜੀ ਨੱਠ ਗਿਆ ਜੀ, ਫਲਾਂ ਥਾਂ ਤੇ ਚਲ ਗਿਆ, ਫਲਾਂ ਥਾਂ ਤੇ। ਹੁਣ ਇਹ ਵੀ ਕਿਹਾ ਗਿਆ ਸੀਗਾ ਕਿ ਸ਼ਾਇਦ ਵਿਦੇਸ਼ ਭੱਜ ਗਿਆ। ਉਸ ਤੋਂ ਬਾਅਦ ਵਾਕਿਆ ਜਿਹੜੀ ਗੱਲ ਨਿਕਲ ਕੇ ਆਈ ਹੈ ਉਹ ਉੱਥੋਂ ਹੀ ਨਿਕਲ ਕੇ ਆਈ ਹੈ। ਸ਼ਾਇਦ ਉਹ ਯੂਕੇ ਦੇ ਵਿੱਚ ਆ। ਉਹਨੇ ਫਿਰ ਹੁਣ ਜਿਹੜਾ ਪਲਟਵਾਰ ਕੀਤਾ ਬਹੁਤ ਖਤਰਨਾਕ ਕੀਤਾ। ਜਿਵੇਂ ਉਹ ਕਹਿੰਦੇ ਨਾ ਚੱਕੇ ਜਾਮ ਕਰ ਦਿੱਤੇ ਤੁਰੀ ਜਾਂਦੀ ਰੇਲ ਦੇ, ਉਹਦਾ ਬਸ ਚੱਕੇ ਜਾਮ ਕਰਨ ਵਾਲਾ ਮਾਮਲਾ ਹੀ ਹੈ। ਉਹ ਕਹਿੰਦਾ ਕਿ ਵੇਖੋ ਗੱਲ ਇਹ ਆ ਕਿ ਇਹ ਬੰਦਾ ਗੈਂਗਸਟਰ ਹੈ, ਕੋਈ ਜੁਗਨੂ ਵਾਲੀਆ। ਪੁਲਿਸ ਨੂੰ ਲੱਭਦੀ ਫਿਰਦੀ ਸੀ। ਇਹ ਬੰਦਾ ਉਹਨੂੰ ਆਪਣੇ ਘਰੇ ਦਿੱਲੀ ਰਹਿਸ਼ ਤੇ ਰੱਖ ਕੇ ਬੈਠਾ ਸੀਗਾ। ਫਿਰ ਦੂਜਾ ਨੰਬਰ, ਉਹ ਕਹਿੰਦਾ ਕਿ ਵਿਦੇਸ਼ੀ ਲਾੜਿਆਂ ਵੱਲੋਂ ਜੋ ਛੱਡੀਆਂ ਔਰਤਾਂ ਹੁੰਦੀਆਂ ਉਹਨਾਂ ਨੂੰ ਮੁੜ ਵਸਾਉਣ ਦੇ ਨਾਮ ਤੇ, ਜਾਂ ਹੋਰ ਕੁੜੀਆਂ ਜਿਹੜੀਆਂ ਇਧਰ ਉਧਰ, ਤੁਹਾਨੂੰ ਪਤਾ ਹੀ ਹੈ ਅੱਜ ਕੱਲ ਉਹ ਵੀ ਬਹੁਤ ਹੈ ਨਾ ਕਿ ਕੁਛ ਕੁੜੀਆਂ ਨੂੰ ਗੁੰਮਰਾਹ ਕਰਕੇ ਲਿਜਾਇਆ ਜਾਂਦਾ ਹੈ। ਤਾਂ ਉਹ ਕਹਿੰਦੇ ਆ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਮਜਬੂਰ ਬੀਬੀਆਂ ਹੁੰਦੀਆਂ ਨੇ ਜਾਂ ਅਰਬ ਦੇਸ਼ਾਂ ਦੇ ਵਿੱਚ ਜਾਂ ਕਿਤੋਂ ਵੀ, ਤਾਂ ਉਹਨਾਂ ਨੂੰ ਬੁਲਾ ਕੇ, ਜਦੋਂ ਵਾਪਸ ਬੁਲਾ ਕੇ, ਤਾਂ ਫਿਰ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ। ਤਾਂ ਇਹ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਵੱਡਾ ਤੇ ਬਹੁਤ ਹੀ ਗੰਭੀਰ ਦੋਸ਼ ਹੈ। ਤੇ ਖੈਰ ਸਭ ਤੋਂ ਵੱਡੀ ਗੱਲ ਜਿਹੜੀ ਕਹੀ ਹੈ ਉਹ ਇਹ ਕਹੀ ਹੈ ਕਿ ਮੈਂ ਅਸਲ ਦੇ ਵਿੱਚ ਇਹਦੇ ਨਾਲ, ਰਾਮੂਵਾਲੀਆ ਦੇ ਨਾਲ 12 ਸਾਲ ਤੋਂ ਕੰਮ ਕਰ ਰਿਹਾ ਸੀਗਾ। ਪਰ ਅਚਾਨਕ ਕੀ ਹੋਇਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਦਿੱਲੀ ਵਾਲੀ, ਉਹਨਾਂ ਨੇ ਮੈਨੂੰ ਵਾਪਸ ਬੁਲਾ ਲਿਆ ਕਿਉਂਕਿ ਪ੍ਰਧਾਨ ਨਾਲ ਖਟਪਟ ਹੋਈ ਸੀ ਰਾਮੂਵਾਲੀਆ ਦੀ। ਤਾਂ ਮੈਨੂੰ ਜਦੋਂ ਵਾਪਸ ਬੁਲਾ ਲਿਆ ਗਿਆ, ਇਹ ਧਮਕੀਆਂ ਦੇਣੀਆਂ ਚਾਲੂ ਕਰ ਦਿੰਦੇ ਆ ਕਿ ਕੰਮ ਤੇ ਆ ਜਾ ਬਾਈ, ਵਾਪਸ ਆ ਜਾ ਬਾਈ, ਵਾਪਸ ਆ ਜਾ। ਕਹਿੰਦੇ ਜੇ ਮੈਂ ਨਹੀਂ ਆਇਆ ਤਾਂ ਫਿਰ ਇਹ ਸਾਰਾ ਖੇਡ ਇੱਧਰ ਨੂੰ ਹੋ ਤੁਰਿਆ। ਤਾਂ ਖੈਰ ਉਹ ਕਹਿੰਦੇ ਆ ਕਿ ਪੁਲਿਸ ਨੂੰ ਮੈਂ ਵਾਰ-ਵਾਰ ਕਿਹਾ ਪਰ ਇਸ ਬੰਦੇ ਦੀ ਪਹੁੰਚ ਜ਼ਿਆਦਾ ਮਜ਼ਬੂਤ ਹੋਣ ਕਰਕੇ ਇਹਨੂੰ ਕਿਸੇ ਨੇ ਹੱਥ ਨਹੀਂ ਪਾਇਆ। ਦੋਸ਼ ਨੇ ਇਹ ਬਹੁਤ ਗੰਭੀਰ ਦੋਸ਼ ਨੇ। ਹੁਣ ਰਾਮੂਵਾਲੀਆ ਸਾਹਿਬ ਬਾਹਰ ਆ ਕੇ ਜਹਾਜ਼ ਤੋਂ ਪਤਾ ਨਹੀਂ ਕਦੋਂ ਨਿਕਲ ਗਏ, ਬਾਹਰ ਆ ਕੇ ਸਹੀ ਗੱਲ ਦੱਸਣ ਤੇ ਫੇਰ ਹੀ ਪਤਾ ਲੱਗੇਗਾ ਕਿ ਕੀ ਹੈ ਮਾਮਲਾ। ਵੈਸੇ ਆਪਾਂ ਦੱਸ ਦਿੱਤਾ ਹੈ ਕਿ ਅਸਲ 'ਚ ਜਿੰਨਾ ਕੋਈ ਯਾਦ ਆ ਇਹ ਮਾਮਲਾ ਚੋਰੀ ਤੋਂ ਸਟਾਰਟ ਹੋਇਆ ਸੀਗਾ, ਚੋਰੀ ਦੇ ਦੋਸ਼ ਤੋਂ। ਤਾਂ ਫਿਰ ਗੱਲ ਹੁਣ ਕਹਾਣੀ ਹੁਣ ਗਾਂ ਦੀ ਗਾਂ ਤੁਰੀ ਜਾਂਦੀ ਹੈ। ਤਾਂ ਦੱਸਣਾ ਪਏਗਾ ਰਾਮੂਵਾਲੀਆ ਜੀ ਨੂੰ ਕਿ ਆਖਰੇ ਚੱਲ ਕੀ ਰਿਹਾ ਹੈ ਜੀ, ਇਹ ਮਾਜਰੇ ਕਿਸ ਤਰ੍ਹਾਂ ਦੇ, ਮਾਮਲੇ ਕਿਸ ਤਰ੍ਹਾਂ ਦੇ। ਵੈਸੇ ਤੇ ਰਾਮੂਵਾਲੀਆ ਦੀ ਜ਼ਿੰਦਗੀ ਦੇ ਨਾਲ ਬਹੁਤ ਕਿੱਸੇ ਜੁੜੇ ਹੋਏ ਨੇ। ਉਹਨਾਂ ਦੇ ਭਰਾਤਾ ਜਿਹੜੇ ਸ਼ਾਇਦ ਇੱਧਰ ਹੀ ਰਹਿੰਦੇ ਸਨ ਕੈਨੇਡਾ ਦੇ ਵਿੱਚ, ਉਹਨਾਂ ਦੇ ਨਾਲ ਵੀ ਡਿਸਪਿਊਟ ਸੀ, ਬਹੁਤ ਕੁਛ ਉਹ ਵੀ ਕਹਿੰਦੇ ਸੀਗੇ। ਚਲੋ ਨਿੱਜੀ ਜ਼ਿੰਦਗੀ ਆ, ਇਲਜ਼ਾਮ ਵੱਖਰੇ ਹੁੰਦੇ ਆ, ਅਗਲੇ ਦੀ ਨਿੱਜੀ ਜ਼ਿੰਦਗੀ ਜਿਹੜੀ ਉਹ ਵੱਖਰੀ ਹੁੰਦੀ, ਉਹ ਸਾਰਾ ਕੁਛ ਚੱਲਦਾ ਹੈ ਰਾਮੂਵਾਲੀਆ ਦੇ ਨਾਲ। ਤਾਂ ਰਾਮੂਵਾਲੀਆ ਦਾ ਰਾਜਨੀਤਿਕ ਤੁਹਾਨੂੰ ਪਤਾ ਸਫ਼ਰ ਵੀ ਬੜਾ ਦਿਲਚਸਪ ਆ। ਇੱਕ ਵਾਰੀ ਕਿਸੇ ਨੇ ਪੁੱਛਿਆ ਕਿ ਤੁਸੀਂ ਅਕਾਲੀਆਂ ਨਾਲ ਆਏ ਤੇ ਝੱਟ ਉਹਨਾਂ ਦੇ ਨਾਲ ਪੱਲਾ ਛਡਾ ਕੇ ਤੇ ਫਿਰ ਤੁਸੀਂ ਤੁਰ ਗਏ। ਉਹ ਕਹਿੰਦਾ ਮੈਂ ਕੀ ਕਰਾਂ, ਮੈਂ ਤੇ ਹੁਣ ਆਪਦਾ ਸਫ਼ਰ ਤੈਅ ਕਰਨਾ ਸੀ। ਮੈਂ ਚੜਿਆ ਹੋਇਆ ਸੀ ਟੈਂਪੂ ਤੇ ਘੜੂਕੇ ਤੇ ਉਹ ਪਿੱਛੋਂ ਬੱਸ ਆ ਗਈ, ਮੈਂ ਉਹਦੇ ਚ ਉਤਰ ਕੇ ਤੇ ਉਹਦੇ ਚ ਬਹਿ ਗਿਆ। ਇਹੋ ਜਿਹੀ ਤਾਂ ਰਾਜਨੀਤਿਕ ਸਿਧਾਂਤਵਾਦ ਦਾ ਹੋਇਆ ਹੈ ਉਹਨਾਂ ਦੀ। ਖੈਰ ਚਲੋ ਉਹਨਾਂ ਦੀ ਮਰਜ਼ੀ ਆ। ਪਰ ਪੰਜਾਬੀ ਚ ਨਾ ਇੱਕ ਕਹਾਵਤ ਆ, ਧੌਲਾ ਝਾਟਾ ਤੇ ਆਟਾ ਖਰਾਬ ਆ। ਇਹੋ ਜਿਹੀ ਕਹਿ ਲਓ ਜਿਹੜੀ ਇਲਜ਼ਾਮ ਤਰਾਸ਼ੀ ਆ, ਜਦੋਂ ਐਸ ਪੜਾਅ ਤੇ ਹੋਵੇ ਤਾਂ ਫਿਰ ਬਹੁਤ ਹੱਦ ਤੱਕ ਕਹਿ ਲਓ ਕਿ ਜਵਾਬ ਦੇਣਾ ਬਣਦਾ। ਜਦੋਂ ਉਹ ਜਵਾਬ ਦੇਣਗੇ ਅਸੀਂ ਉਹਨੂੰ ਵੀ ਇਸੇ ਮੰਚ ਤੇ ਲਿਆ ਕੇ ਪੇਸ਼ ਕਰ ਦਿਆਂਗੇ ਜੋ ਵੀ ਉਹਨਾਂ ਦਾ ਜਵਾਬ ਆਇਆ ਜੀ। ਮਿੰਟੂ ਜੀ, ਇਹ ਕਿਹੜੇ ਵਕੀਲ ਸੀ ਜਿਨ੍ਹਾਂ ਦੀ ਕਾਰ ਦੇ ਵਿੱਚੋਂ ਗਾਂਜਾ ਮਿਲਿਆ ਤੇ ਬੜੀ ਹਾਹਾਕਾਰ ਮਚ ਗਈ? ਹਾਂਜੀ ਦੇਖੋ, ਇਹ ਨਾ ਮਸਲਾ ਹੈਗਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਕੀਲ ਸਾਹਿਬ ਸੀਗੇ ਅਸ਼ੋਕ ਸਹਿਗਲ ਜੀ। ਇਹਨਾਂ ਦੀ ਕਾਰ ਦੇ ਵਿੱਚੋਂ ਤਕਰੀਬਨ 1.5 ਕਿਲੋ ਗਾਂਜਾ ਬਰਾਮਦ ਹੋਇਆ।
ਤਾਂ ਉਹ ਕੀ ਹੈ ਕਿ ਹੁਣ ਜਿਹੜੇ ਵਕੀਲ ਨੇ ਉਹ ਕਹਿ ਰਹੇ ਆ ਕਿ ਅਸਲ ਦੇ ਵਿੱਚ, ਕਿਉਂਕਿ ਵਕੀਲ ਦੀ ਜ਼ਿੰਦਗੀ ਵੀ ਬੜੀ ਟੇਢੀ ਮੇਢੀ ਚੱਲਦੀ ਹੈ ਨਾ ਵਿੱਚ ਜੀ, ਤਾਂ ਉਹ ਕਹਿੰਦੇ ਕਿ ਅਸਲ ਦੇ ਵਿੱਚ ਇਹ ਸਾਰਾ ਕੁਝ ਹੈ ਜਿਹੜਾ ਪਲਾਂਟ ਕੀਤਾ ਗਿਆ ਹੈ। ਤਾਂ ਅੱਜ ਜੇ ਤੁਸੀਂ ਦੇਖੋਗੇ ਤਾਂ ਬਹੁਤ ਵੱਡੀ ਹੜਤਾਲ ਰਹੀ ਵਕੀਲਾਂ ਦੀ, ਬਹੁਤ ਵੱਡੀ ਹੜਤਾਲ ਰਹੀ ਹੈ। ਇਹਦੇ ਵਿੱਚ ਵਕੀਲ ਇਹੀ ਕਹਿ ਰਹੇ ਕਿ ਇੱਕ ਤਾਂ ਸਾਡੀ ਸੁਰੱਖਿਆ ਵਾਸਤੇ ਇੱਕ ਡਰਾਫਟ ਬਿੱਲ ਜਿਹੜਾ ਅੱਜ ਲਿਆਂਦਾ ਵੀ ਇਹਨਾਂ ਨੇ ਕਿ ਉਹ ਪਾਸ ਕੀਤਾ ਜਾਣਾ ਚਾਹੀਦਾ ਵਿਧਾਨ ਸਭਾ ਦੇ ਵਿੱਚ, ਕਿਉਂਕਿ ਥ੍ਰੈਟ ਕੀਤਾ ਜਾਂਦਾ ਸਾਨੂੰ, ਧਮਕਾਇਆ ਜਾਣ ਤੋਂ ਇਲਾਵਾ ਕਈ ਵਾਰ ਨੁਕਸਾਨ ਕੀਤਾ ਜਾਂਦਾ, ਤੇ ਹੁਣ ਤੇ ਹੱਦ ਹੀ ਹੋ ਗਈ। ਹਾਲਾਂਕਿ ਕੁਝ ਸਬੂਤ ਵੀ ਜਿਹੜੇ ਆ ਜਿਵੇਂ ਸੀਸੀਟੀਵੀ ਦੀ ਫੁਟੇਜ ਵਗੈਰਾ, ਉਹ ਸਾਰੀਆਂ ਚੀਜ਼ਾਂ ਇਹਨਾਂ ਨੇ ਪੁਲਿਸ ਨੂੰ ਸੌਂਪੀਆਂ ਕਿ ਇਹ ਮਾਮਲਾ ਜਿਹੜਾ ਉਹ ਪਲਾਂਟਡ ਹੈ, ਪਲਾਂਟ ਕੀਤਾ ਗਿਆ ਸਾਰਾ ਕੁਝ। ਇਹ ਬੜੀ ਹੁਣ ਵੇਖੋ ਦਿਲਚਸਪ ਗੱਲ ਹੈ ਕਿ ਕਿਸੇ ਵਕੀਲ ਦੇ ਨਾਲ ਕੋਈ ਇਸ ਤਰ੍ਹਾਂ ਦੀ ਛੇੜਖਾਨੀ ਜੇ ਕਰਦਾ ਤੇ ਉਹ ਆਤਮਘਾਤੀ ਹੋਏਗਾ, ਕਿਉਂਕਿ ਜੇ ਬੰਦੇ ਨੂੰ ਕਿਤੇ ਪਛਾਣ ਲਿਆ, ਜੇ ਉਹ ਡਿੱਕੇ ਚੜ ਗਿਆ, ਵਕੀਲ ਜ਼ਮਾਨਤ ਨਹੀਂ ਹੋਣ ਦਿੰਦੇ। ਇਹਨਾਂ ਦਾ ਏਕਾ ਬਹੁਤ ਹੁੰਦਾ ਹੈ, ਬਹੁਤ ਏਕਾ ਹੁੰਦਾ। ਹੁਣ ਤੁਸੀਂ ਵੇਖੋ ਕਿ ਚੰਡੀਗੜ੍ਹ ਤੋਂ ਲੈ ਕੇ ਮੋਹਾਲੀ, ਪੰਚਕੂਲਾ, ਉੱਥੇ ਤੇ ਕੰਮ ਹੋਣਾ ਹੀ ਕੀ ਸੀ। ਕੁਝ ਹੋਰ ਜਿਹੜੀਆਂ ਛੋਟੀਆਂ ਇਹਨਾਂ ਦੀਆਂ ਬਾਰ ਐਸੋਸੀਏਸ਼ਨ ਜਾਂ ਕਾਉਂਸਲਾਂ ਹੁੰਦੀਆਂ ਨੇ, ਤਾਂ ਉਹ ਵੀ ਹੜਤਾਲ ਤੇ ਚਲੇ ਜਾਂਦੀਆਂ ਨੇ। ਮੈਨੂੰ ਯਾਦ ਆ ਮੁਕਤਸਰ ਦੇ ਵਿੱਚ ਨਾ ਕੋਈ ਵਕੀਲ ਬੀਬੀ ਸੀਗੀ, ਤੇ ਉਹ ਆਪਣਾ ਕੁੱਤਾ ਘੁਮਾਉਣ ਲਈ ਜਾਂਦੀ ਹੁੰਦੀ ਸੀਗੀ। ਅੱਛਾ ਜੀ। ਵਾਟਰ ਵਰਕਸ ਦੀਆਂ ਜਿਹੜੀਆਂ ਡਿੱਗੀਆਂ ਵਗੈਰਾ ਹੁੰਦੀਆਂ ਨੇ, ਅੱਛਾ, ਉੱਥੇ ਕਿਤੇ ਮਤਲਬ ਕਿ ਦੂਸਰੇ ਵੀ ਸੈਰ ਕਰਨ ਆਉਂਦੇ ਸੀਗੇ, ਤੇ ਉਹਨਾਂ ਦਾ ਰੌਲਾ ਪੈ ਗਿਆ ਵੀ ਕੁੱਤਾ ਗੰਦ ਬੜਾ ਪਾਉਂਦਾ ਆ। ਅੱਛਾ, ਇੱਥੋਂ ਚੱਲੀ ਟਸਲ ਤੇ ਪੁਲਿਸ ਬੁਲਾ ਲਈ ਗਈ। ਹੁਣ ਵਕੀਲ ਤੇ ਪੁਲਿਸ ਤਾਂ ਤੁਹਾਨੂੰ ਪਤਾ ਇਹ ਤਾਂ ਚੱਲਦਾ ਹੀ ਰਹਿੰਦਾ ਇਹਨਾਂ ਦਾ। ਉਹ ਕੁੱਤੇ ਤੋਂ ਚੱਲਦਾ, ਜਾਂ ਕਹਿ ਲਓ ਕੁੱਤੇ ਦੇ ਗੰਦ ਤੋਂ ਚੱਲਦਾ ਮਸਲਾ ਇੱਥੋਂ ਤੱਕ ਚਲੇ ਗਿਆ ਕਿ ਪੂਰੇ ਪੰਜਾਬ ਦੀਆਂ ਜਿਹੜੀਆਂ ਅਦਾਲਤਾਂ ਸੀ ਉਹਨਾਂ 'ਚ ਸਟ੍ਰਾਈਕ ਹੋ ਗਈ। ਇੰਨਾ ਏਕਾ ਹੁੰਦਾ। ਲੋਕੀ ਕਹਿੰਦੇ ਪੰਜਾਬੀਆਂ 'ਚ ਏਕਾ ਨਹੀਂ ਹੁੰਦਾ। ਮੈਂ ਕਹਿੰਦਾ ਕਿ ਪੰਜਾਬੀਆਂ 'ਚ ਏਕਾ ਹੁੰਦਾ, ਪਰ ਸਾਰੇ ਪੰਜਾਬੀ ਵਕੀਲ ਨਹੀਂ ਹੁੰਦੇ ਜੀ। ਬੈਸਟ ਏਕਾ ਇਹਨਾਂ ਦੇ ਵੇਖਣ ਨੂੰ ਮਿਲਦਾ ਹੈ, ਕਿਉਂਕਿ ਤੁਸੀਂ ਦੇਖ ਲਓ ਪੱਤਰਕਾਰਾਂ ਦਾ ਕੋਈ ਏਕਾ ਨਹੀਂ ਹੋਏਗਾ, ਐਕਟਰਾਂ ਦਾ ਕੋਈ ਏਕਾ ਨਹੀਂ ਹੋਵੇਗਾ, ਤਾਂ ਰੱਜ ਕੇ ਇੱਕ ਦੂਜੇ ਨੂੰ ਗਾਲਾਂ ਕੱਢ ਦਿੰਦੇ ਦਾਰੂ ਪੀ ਕੇ, ਕੋਈ ਏਕਾ ਨਹੀਂ ਹੁੰਦਾ ਜ਼ਿਆਦਾਤਰ ਤਾਂ। ਪਰ ਵਕੀਲਾਂ ਨਾਲ ਜਿੱਥੇ ਵੀ ਕਿਤੇ ਮੰਨ ਲਓ ਇਹੋ ਜਿਹਾ ਕੋਈ ਮਾਮਲਾ ਘਟਦਾ ਹੈ, ਚਾਹੇ ਕੋਈ ਇੱਕ ਵਕੀਲ ਹੈ, ਚਾਹੇ ਕੋਈ ਦੋ ਵਕੀਲ ਹੈ, ਸਾਰੇ ਵਕੀਲ ਪਿੱਠ ਤੇ ਆ ਜਾਂਦੇ ਆ। ਤਾਂ ਏਕਤਾ ਲਾਮਿਸਾਲ ਹੈ ਇਹਨਾਂ ਦੀ। ਹੁਣ ਦੇਖੋ ਅੱਗੇ ਕੀ ਬਣਦਾ, ਪਰ ਜੁਡੀਸ਼ਰੀ ਨਾਲ ਜੁੜੇ ਲੋਕਾਂ ਤੇ ਇੱਥੇ ਇੰਡੀਆ ਦੇ ਵਿੱਚ ਇਹ ਮਾਮਲੇ ਨਾ ਆਮ ਹੋ ਗਏ। ਤੁਸੀਂ ਉਹ ਵੀਡੀਓ ਦੇਖਿਆ ਹੋਣਾ, ਬਾਹਰੀ ਰਾਜ ਦਾ ਸੀਗਾ ਕਿ ਇੱਕ ਜੱਜ ਸਾਹਿਬ ਸੈਰ ਨੂੰ ਨਿਕਲੇ ਸੀ ਸਵੇਰੇ, ਆਟੋ ਮਾਰ ਕੇ ਮਾਰ ਦਿੱਤੇ। ਹਾਂਜੀ ਹਾਂਜੀ, ਯੈਸ। ਤਾਂ ਅੱਜ ਵੀ ਉਸ ਮਾਮਲੇ ਦੇ ਵਿੱਚ ਜਿਹੜਾ ਮੁੱਖ ਸਾਜ਼ਿਸ਼ ਕਰਤਾ ਹੈ ਕੋਈ, ਉਹਦਾ ਕੋਈ ਪਰਦਾਫਾਸ਼ ਨਹੀਂ ਹੋਇਆ। ਮਤਲਬ ਕਿ ਹਾਇਰ ਕੀਤੇ ਬੰਦੇ ਤੇ ਫੜੇ ਜਾਂਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਆਮ ਹੋ ਰਹੀਆਂ ਨੇ, ਆਉਣ ਵਾਲੇ ਸਮੇਂ ਦੇ ਵਿੱਚ ਕਹਿ ਲਓ ਕਿ ਇਹਨਾਂ ਦਾ ਜੇ ਵਰਤਾਰਾ ਨਹੀਂ ਰੋਕਿਆ ਜਾਂਦਾ ਤਾਂ ਖਤਰਨਾਕ ਦਿਸ਼ਾ ਵੱਲ ਚਲੇ ਜਾਣਗੀਆਂ। ਜਿਹੜੀ ਤੁਸੀਂ ਮਿੰਟੋ ਜੀ ਉਹ ਗੱਲ ਕੀਤੀ ਨਾ ਵੀ ਦਾਰੂ ਪੀ ਕੇ ਇੱਕ ਦੂਜੇ ਨੂੰ ਗਾਲਾਂ ਕੱਢ ਦਿੰਦੇ ਨੇ, ਬੜੀ ਤੁਸੀਂ ਇੱਕ ਇਸ਼ਾਰਾ ਕਰ ਗਏ ਹੋ। ਜਿਨ੍ਹਾਂ ਨੂੰ ਪਤਾ ਉਹਨਾਂ ਨੂੰ ਪਤਾ ਵੀ ਚੱਲ ਕੀ ਰਿਹਾ, ਪਰ ਹੋਰ ਕਿਤੇ ਜ਼ਿਆਦਾ ਇੰਪੋਰਟੈਂਟ ਖਬਰਾਂ ਨੇ ਸਾਡੇ ਵਾਸਤੇ ਕਵਰ ਕਰਨ ਲਈ। ਆਪਾਂ ਉੱਧਰ ਨੂੰ ਵਧੀਏ। ਕੈਪਟਨ ਪਹਿਲੇ ਦਿਨ ਭਾਜਪਾ ਦੇ ਦਫ਼ਤਰ ਪਹੁੰਚ ਗਏ। ਇਹ ਦੱਸਿਓ ਜੀ ਕੀ ਉੱਥੇ ਫਿਰ ਕੁਝ ਪਤਾ ਲੱਗਾ ਵੀ ਕੀ ਗੱਲਬਾਤ ਹੋਈ? ਹੁਣ ਤੇ ਭਾਜਪਾ ਵਾਲੇ ਹੋ ਗਏ ਨੇ ਕੈਪਟਨ ਅਮਰਿੰਦਰ ਸਿੰਘ ਰਸਮੀ ਤੌਰ ਤੇ, ਸੋ ਉੱਥੇ ਦਫ਼ਤਰ 'ਚ ਕੀ ਗੱਲਾਂ ਬਾਤਾਂ ਹੋਈਆਂ? बस गल्लां बातां की पहला तो कहते आइए आपका इंतजार है, जिवें गाना ना आइए आपका इंतजार था। तां नरातियां दे दिन चलदे पे आमद होई आ अमरिंदर सिंह दी जी, तेरे होए सवेरे दर्शन अज दिन वधिया लंघूगा। तो भाजपा वाले तां बागो बाग हो गए। की हाल सोहणिया तेरा बागो बाग, तो बागो बाग ने ऐन बागो बाग आ। ਤਾਂ ਅਮਰਿੰਦਰ ਸਿੰਘ ਪਹੁੰਚ ਗਏ ਭਾਜਪਾ ਦੇ ਦਫ਼ਤਰ ਦੇ ਵਿੱਚ। ਤਾਂ ਹੁਣ ਉੱਥੇ ਉਹਨਾਂ ਨੇ ਐਲਾਨ ਕਰ ਦਿੱਤੇ, ਕਹਿੰਦੇ ਕਿ ਮੇਰਾ ਇੱਕ ਮਿਸ਼ਨ ਆ। ਇੱਕ ਦਿਨ ਦੇ ਮਿਸ਼ਨ ਨਹੀਂ ਖਤਮ ਹੁੰਦੇ। ਕਹਿੰਦੇ ਜੀ ਭਾਰਤ ਵਾਸਤੇ, ਪੰਜਾਬ ਵਾਸਤੇ ਕੰਮ ਕਰਨ ਦਾ ਮੇਰਾ ਮਿਸ਼ਨ ਆ। ਮੈਂ ਤੁਹਾਨੂੰ ਯਾਦ ਹੋਣਾ ਬਾਦਲ ਸਾਹਿਬ ਤੇ ਇਹਨਾਂ 'ਚ ਇੱਕ ਹੋਰ ਸਮਾਨਤਾ ਹੈਗੀ ਆ ਕਿ ਹਰੇਕ ਇਲੈਕਸ਼ਨ ਨੂੰ ਕਹਿ ਦਿੰਦੇ ਮੇਰਾ ਆਖਰੀ ਇਲੈਕਸ਼ਨ ਹੈ। ਤੇ ਜਦੋਂ ਇਲੈਕਸ਼ਨ ਜਿੱਤ ਕੇ 2 ਸਾਲਾਂ ਬਾਅਦ ਕਿਸੇ ਨੇ ਪੁੱਛਿਆ, ਕਹਿੰਦੇ ਨਹੀਂ ਹਾਲੇ ਇੱਕ ਪਾਰੀ ਹੋਰ ਖੇਡਣ ਦੀ ਮੇਰੀ ਲੋੜ ਆ, ਪੰਜਾਬ ਨੂੰ ਮੇਰੀ ਬਹੁਤ ਜ਼ਰੂਰਤ ਆ। ਮੈਂ ਕਿਹਾ ਭਾਵੇਂ 3 ਪਾਰੀਆਂ ਲਗਾਤਾਰ ਖੜਾ ਦਿਓ, ਤੁਹਾਡੀ ਜਿਹੜੀ ਜ਼ਰੂਰਤ ਹੈ ਖਤਮ ਨਹੀਂ ਹੋਣੀ, ਕਿਉਂਕਿ ਜ਼ਰੂਰਤ ਤੁਹਾਡੀ ਆ। ਪੰਜਾਬ ਦੀ ਜ਼ਰੂਰਤ ਤੇ ਜਿੰਨੀ ਕੋ ਹੈਗੀ ਆ ਸਾਰੇ ਜਾਣਦੇ ਨੇ। ਤਾਂ ਖੈਰ ਇਹਨਾਂ ਨੇ ਕਿਹਾ ਕਿ ਕੁਝ ਖੁਲਾਸੇ ਵੀ ਕੀਤੇ ਨੇ, ਮੈਂ ਸੰਖੇਪ ਦੇ ਵਿੱਚ ਦੱਸ ਦੇਣਾ। ਇਹਨਾਂ ਨੇ ਕਿਹਾ ਕਿ ਜਦੋਂ ਸਾਰਾ ਕੁਝ ਹੋਇਆ ਮੈਨੂੰ ਅਸਤੀਫਾ ਦੇਣ ਲਈ ਕਿਹਾ ਗਿਆ। ਉਸ ਤੋਂ ਪਹਿਲਾਂ 1 ਮਹੀਨਾ ਕਰੀਬ ਪਹਿਲਾਂ ਕਾਂਗਰਸ ਪ੍ਰਧਾਨ ਨੇ ਬੁਲਾਇਆ। ਮੈਂ ਸ਼੍ਰੀਮਤੀ ਗਾਂਧੀ ਨੂੰ ਫੋਨ ਕੀਤਾ। ਜਦੋਂ ਮੈਂ ਸੁਣਿਆ ਕਿ CLP ਦੀ ਮੀਟਿੰਗ ਬੁਲਾਈ ਗਈ ਹੈ, ਉਹਨਾਂ ਮੈਨੂੰ ਅਸਤੀਫਾ ਦੇਣ ਵਾਸਤੇ ਕਿਹਾ।
ਮੈਂ ਕਾਂਗਰਸ ਵਿੱਚ 52 ਸਾਲ ਬਿਤਾਏ ਸੀਗੇ। 52 ਤਾਸ਼ ਦੇ ਪੱਤੇ ਹੁੰਦੇ ਆ, ਤੁਹਾਨੂੰ ਪਤਾ ਹੀ ਹੈ, ਤਬਾਜ਼ੀਆਂ ਕਿਵੇਂ ਪਲਟਦੀਆਂ ਸਭ ਨੂੰ ਪਤਾ ਹੀ ਹੈ। ਤਾਂ ਉਹਨਾਂ ਕਿਹਾ ਕਿ ਕਾਂਗਰਸ ਵਿੱਚ ਛੋਟੀ ਸੋਚ ਵਾਲੇ ਲੋਕ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਿੱਚ ਲੱਗੇ ਹੋਏ ਹਨ। ਤਾਂ ਉਹਨਾਂ ਸਭ ਦੱਸ ਦਿੱਤਾ ਕਿ ਬਸ ਤੱਤ ਫੱਟੀ ਹੋਇਆ ਮੇਰੇ ਨਾਲ ਤੇ ਕਾਂਡ ਜਿਹੜਾ ਹੋਇਆ। ਫਿਰ ਉਹ ਕਹਿੰਦੇ ਕਿ ਮਾਨ ਸਰਕਾਰ ਨੂੰ ਹਲੇ 6 ਮਹੀਨੇ ਹੋਏ ਆ ਤੇ ਇਹਨਾਂ ਨੂੰ ਭਰੋਸੇ ਦਾ ਮਤਾ ਲਿਆਉਣਾ ਵੀ ਪੈ ਰਿਹਾ। ਇਹ ਬੜੀ ਸ਼ਰਮਨਾਕ ਗੱਲ ਆ। ਤੇ ਨਾਲ ਉਹਨਾਂ ਨੇ ਕਿਹਾ ਕਿ ਰਾਘਵ ਚੱਡਾ ਹੀ ਸੀਐਮ ਦਾ ਕੰਮ ਕਰ ਰਿਹਾ। ਫਿਰ ਜੇ ਅਗਲੀ ਗੱਲ ਕਰੀਏ ਜਿਹੜੀ ਕੰਮ ਦੀ ਆ, ਉਹ ਕਹਿੰਦੇ ਆ ਕਿ ਜੇ ਵਿਜੀਲੈਂਸ ਮਹਿਕਮੇ ਨੇ ਮਾਈਨਿੰਗ ਵਿੱਚ ਸ਼ਾਮਲ ਕਾਂਗਰਸੀਆਂ ਬਾਰੇ ਕੁਝ ਪੁੱਛਣਾ ਤੇ ਮੈਂ ਆ ਜਾਵਾਂਗਾ, ਮੈਨੂੰ ਕੋਈ ਦਿੱਕਤ ਨਹੀਂ, ਕੋਈ ਪਰੇਸ਼ਾਨੀ ਨਹੀਂ। ਪਰ ਮੈਂ ਤਾਂ ਕਹਿੰਦਾ ਕਿ ਵਿਜੀਲੈਂਸ ਵਾਲੇ ਬੁਲਾ ਕੇ ਤੇ ਸਭ ਤੋਂ ਪਹਿਲਾਂ ਤੇ ਤੁਹਾਨੂੰ ਬਿਠਾ ਲੈਣਾ ਉੱਥੇ ਕਿ ਸਾਰਾ ਕੁਝ ਪਤਾ ਸੀਗਾ। ਐਵੇਂ ਪੱਟਾਂ ਤੇ ਥਾਪੀਆਂ ਮਾਰੀ ਜਾਣੀਆਂ, ਕਾਲੀਆਂ ਦੀਆਂ ਫਾਈਲਾਂ ਮੇਰੇ ਕੋਲ, ਫਲਾਣੇ ਦੀਆਂ ਫਾਈਲਾਂ, ਤੇ ਫਿਰ ਬਾਵਜੂਦ ਇਸ ਦੇ ਤੁਸੀਂ ਉਹਨਾਂ ਦੀ ਅਗਵਾਈ ਕਰੀ ਗਏ, ਉਹਨਾਂ ਦਾ ਬਚਾਅ ਕਰੀ ਗਏ, ਤੇ ਤੁਸੀਂ ਕੌਣ ਹੋਏ? ਤਾਂ ਇਹ ਜਦੋਂ ਉਂਗਲ ਇੱਕ ਦੂਜੇ ਵੱਲ ਕਰਦੇ ਤਾਂ 4 ਉਂਗਲਾਂ ਜਿਹੜੀਆਂ ਨਾ ਭੌਂਕੇ ਇਹਨਾਂ ਵੱਲ ਹੋ ਜਾਂਦੀਆਂ। ਖੈਰ ਇਹ ਭਾਜਪਾ ਦੀ ਹੁਣ ਨਵੇਂ ਸਿਰੇ ਤੋਂ ਰਣਨੀਤੀ ਆ। ਵੇਖੋ ਭਾਜਪਾ ਜਿਹੜੀ ਆ, ਆਪਾਂ ਵੀ ਦੇਖਿਆ ਬਿਲਕੁਲ ਨਿਰਜੀਵ ਜੀ ਹੋ ਗਈ ਸੀ ਕਿਸਾਨੀ ਅੰਦੋਲਨ ਕਰਕੇ ਜੀ। ਹੁਣ ਕੁਝ ਲੀਡਰ ਜਿਹੜੇ ਆ ਇੰਪੋਰਟ ਕੀਤੇ ਆ ਉਹਨਾਂ ਨੇ ਵੀ ਇਧਰੋਂ ਉਧਰੋਂ, ਤਾਂ ਕਰਕੇ ਹੁਣ ਕੁਝ ਖਾਸ ਤੌਰ ਤੇ ਪੁਰਾਣੇ ਕਾਂਗਰਸੀਏ ਜਿਹੜੇ ਆ ਉਹ ਹੁਣ ਜੋੜਨ ਵਾਸਤੇ, ਆਪਾਂ ਕਹਿੰਦਾ ਨਾ ਥੋੜਾ ਜਿਵੇਂ ਕਿਸੇ ਨੇ ਖਾੜੇ 'ਚ ਆਪਣਾ ਸ਼ਾਗਿਰਦ ਤਿਆਰ ਕੀਤਾ ਹੋਵੇ ਨਾ, ਤਾਂ ਉਹ ਫਿਰ ਜੋੜ ਦੇ ਵਿੱਚ ਉਹਨੂੰ ਜੋੜਦਾ ਹੈ ਕਿ ਇਹਨੂੰ ਜੋੜਨਾ ਹੈ, ਮਾੜਾ ਜਿਹਾ ਪਰਖਣਾ ਹੈ ਵੀ ਕਿੰਨਾ ਕੁ ਤਿੱਖਾ, ਕਿੰਨੀ ਕੁ ਹਾਲੇ ਇਹਦੇ ਤੇ ਹੋਰ ਮਿਹਨਤ ਕਰਨ ਦੀ ਲੋੜ ਆ। ਤਾਂ ਇਹਨਾਂ ਜੋੜਨ ਵਾਸਤੇ ਪਹਿਲਾ ਪ੍ਰੋਗਰਾਮ ਉਲੀਕ ਦਿੱਤਾ ਵਾ। ਤਾਂ ਇਹਦੇ 'ਚ ਕੀ ਹੈ ਕਿ ਕੱਲ ਨੂੰ ਹੁਣ ਇਜਲਾਸ ਹੋਣਾ, ਉਹ ਇਜਲਾਸ ਜਿਹੜਾ ਤੁਹਾਨੂੰ ਪਤਾ ਬੜੇ ਪੰਗੇਬਾਜ਼ੀਆਂ 'ਚੋਂ ਗੁਜ਼ਰਿਆ ਹੈ। ਜਿਵੇਂ ਮਾਨ ਸਾਹਿਬ ਨੇ ਕਹਿ ਦਿੱਤਾ ਕਿ ਬਈ 75 ਸਾਲਾਂ 'ਚ ਕਦੇ ਏਦਾਂ ਤੇ ਹੋਇਆ ਨਹੀਂ ਸੀਗਾ ਕਿ ਏਜੰਡਾ ਮੰਗਿਆ ਜਾਵੇ ਸਾਥੋਂ। ਗਵਰਨਰ ਸਾਹਿਬ ਕਹਿੰਦੇ ਕਿ ਮਹਾਰਾਜ ਕੁਝ ਪੜ੍ਹ ਲਿਖ ਲਿਆ ਕਰੋ, ਆਰਟੀਕਲ 167 168 ਆਹ ਚੀਜ਼ਾਂ ਵਾਸਤੇ ਤੁਹਾਨੂੰ ਪਾਬੰਦ ਕਰਦਾ। ਮੁੜ ਕੇ ਇਹਨਾਂ ਨੇ ਬਿਜ਼ਨਸ ਜੋ ਹੋਣਾ ਹੈ ਕੱਲ, ਕਾਰੋਬਾਰ ਜੋ ਸਦਨ ਦੀ ਕਾਰਵਾਈ ਹੋਣੀ ਹੈ, ਉਹਦਾ ਏਜੰਡਾ ਕਰ ਦਿੱਤਾ ਉਹਨਾਂ ਨੇ, ਪ੍ਰਵਾਨਗੀ ਦੇ ਦਿੱਤੀ। ਨਾਲ ਸ਼ਾਇਦ ਕਹਿ ਵੀ ਦਿੱਤਾ ਕਿ ਆਪਾਂ ਦੋਵੇਂ ਰੁੱਸ ਬੈਠੇ ਤੇ ਮਨਾਊ ਕੌਣ ਹੋਵੇ। ਤਾਂ ਹੁਣ ਕੱਲ ਨੂੰ ਇਹ ਜਿਹੜਾ ਇਜਲਾਸ ਹੋਏਗਾ, ਉਸ ਇਜਲਾਸ ਦੇ ਬਰੋਬਰ ਭਾਜਪਾ ਵਾਲੇ ਕਹਿੰਦੇ ਕਿ ਅਸੀਂ ਇੱਕ ਜਨਤਾ ਦਾ ਸਦਨ ਲਾਉਣਾ ਵਾ। ਅਮਨ ਅਰੋੜਾ ਬੜਾ ਮਜ਼ਾਕੀਆ ਲੀਡਰ ਆ, ਉਹ ਕਹਿੰਦਾ ਜੀ ਵੇਖੋ ਗੱਲ ਇਹ ਆ ਕਿ ਮੈਂ ਤੇ ਰੋਕਦਾ ਨਹੀਂ, ਜਿਹੜਾ ਮਰਜ਼ੀ ਕੋਈ ਕੁਝ ਕਰੀ ਜਾਵੇ, ਪਰ ਮੌਕ ਸਦਨ ਚਲਾਉਣ ਵਾਸਤੇ ਵੀ 3 ਚਾਹੀਦੇ ਆ, ਇੱਕ ਸਪੀਕਰ, ਇੱਕ ਓਪੋਜੀਸ਼ਨ ਦਾ ਲੀਡਰ, ਇੱਕ ਸੱਤਾਧਾਰੀ ਲੀਡਰ, ਤੇ ਇਹਨਾਂ ਕੋਲ ਤੇ ਝੁੱਗੀ ਚੋਹਾਈ 2 ਨੇ। ਪਰ ਇਹ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਣੇ ਆਪ ਨੂੰ ਮੈਦਾਨ 'ਚ ਉਤਾਰਨ ਦੀ ਤਿਆਰੀ ਕਰ ਚੁੱਕੇ ਆ। ਹੁਣ ਅਮਰਿੰਦਰ ਸਿੰਘ ਦਾ ਰੋਲ ਜਿਹੜਾ ਹੈ ਤੁਹਾਨੂੰ ਪਤਾ ਹੀ ਆ ਕਿ ਉਹ ਦਿਹਾਤ ਵਾਸਤੇ ਹੋਏਗਾ। ਸੁਨੀਲ ਜਾਖੜ ਇਹ ਸਾਰੇ ਦਿਹਾਤ ਵੱਲ ਧਿਆਨ ਦੇ ਰਿਹਾ ਕਿ ਜਦੋਂ ਤੱਕ ਮਾਲਵੇ, ਜਿੱਥੇ 69 ਸੀਟਾਂ ਨੇ, ਕਿ ਮਾਲਵੇ ਦੇ ਪਿੰਡਾਂ 'ਚ ਐਂਟਰੀ ਨਹੀਂ ਹੁੰਦੀ ਤਦ ਤੱਕ ਸੱਤਾ ਤੋਂ ਦੂਰ ਹੀ ਰਹਾਂਗੇ। ਹੁਣ ਇਹ ਦੇਖਣਾ ਹੋਗਾ। ਵੈਸੇ ਮੇਰਾ ਤਾਂ ਮੰਨਣਾ ਇਹ ਆ ਕਿ ਅਮਰਿੰਦਰ ਸਿੰਘ ਨੂੰ ਨਾਲ ਲਿਜਾ ਕੇ ਨਾ ਭਾਜਪਾ ਨੇ ਉਹੀਓ ਕੁਝ ਖੱਟਣਾ, ਜਿਵੇਂ ਬਾਰੀ ਬਰਸੀ ਖੱਟਣ ਗਿਆ ਸੀ ਨਾ, ਉਹ ਕਹਿੰਦੇ ਕਿ ਕੁਝ ਵੀ ਨਹੀਂ ਖੱਟ ਕੇ ਲਿਆਂਦਾ, ਤੇ ਇਹਨਾਂ ਨੇ ਵੀ ਲੱਗਦਾ ਇਹੋ ਆ ਕਿ ਅਮਰਿੰਦਰ ਸਿੰਘ ਨੂੰ ਨਾਲ ਲਿਜਾ ਕੇ ਉਹੀ ਖੱਟਣਾ ਜਿਹੜਾ ਪਿਛਲੀ ਵਾਰੀ ਖੱਟਿਆ ਸੀਗਾ। ਕਿਉਂਕਿ ਅਮਰਿੰਦਰ ਸਿੰਘ ਪ੍ਰਤੀ ਪੰਜਾਬ ਦੇ ਵਿੱਚ ਜੋ ਧਾਰਨਾ ਹੈ ਉਹ ਹਾਲੇ ਵੀ ਫਿੱਕੀ ਨਹੀਂ ਪਈ। ਉਹ ਧਾਰਨਾ ਜਿਉਂ ਦੀ ਤਿਉਂ ਹੈ, ਕਦੇ ਭੱਜ ਕੇ ਉਧਰ ਬਹਿ ਜਾਂਦੇ ਆ, ਕਦੇ ਉਧਰ ਬਹਿ ਜਾਂਦੇ ਆ। ਖੈਰ ਚਲੋ, ਰਾਜਨੀਤੀ ਬਾਰੇ ਕੀ ਹੈ, ਕੱਚੀ ਤੰਦ ਦਾ ਧਾਗਾ, ਨਾ ਟੁੱਟਦਿਆਂ ਚਿਰ ਲੱਗੇ ਨਾ ਗੰਢਦਿਆਂ ਚਿਰ ਲੱਗੇ। ਇਹ ਇਸੇ ਤਰ੍ਹਾਂ ਹੀ ਆ, ਕਦੇ ਅਕਾਲੀ ਦਲ 'ਚ ਵੀ ਗਏ, ਕਾਂਗਰਸ 'ਚ ਵੀ ਰਹੇ, ਕਦੇ ਆਪਣੀ ਪਾਰਟੀ ਬਣਾਈ, ਅੱਜ ਫਿਰ ਭਾਜਪਾ 'ਚ ਚਲੇ ਗਏ। ਤੇ ਲੱਗਦਾ ਇਹੋ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਭਾਜਪਾ 'ਚ ਹੀ ਸਮਾਂ ਬਤੀਤ ਕਰਨਗੇ, ਪਰ ਸਮਾਂ ਚੇਂਜ ਕਰ ਦੇਣਗੇ ਭਾਜਪਾ ਦਾ, ਇਹਦੇ ਤੇ ਸਵਾਲੀਆ ਨਿਸ਼ਾਨ ਜ਼ਰੂਰ ਹੈ। ਮਿੰਟੂ ਜੀ, ਸੁਣਨ 'ਚ ਆ ਰਿਹਾ ਵੀ ਗੋਲਡੀ ਬਰਾੜ ਕਹਿੰਦੇ ਕੈਨੇਡਾ ਤੋਂ USA ਭੱਜ ਗਿਆ। ਇਹ ਦੇਖੋ, ਤੁਹਾਨੂੰ ਪਤਾ ਨਹੀਂ ਲੱਗਦਾ, ਸਾਡੇ ਭਾਰਤੀ ਮੀਡੀਆ ਨੂੰ ਪਤਾ ਲੱਗ ਜਾਂਦਾ ਹੈ। ਇਹ ਤੇ ਇਹਨੇ ਮਤਲਬ ਪਤਾ ਨਹੀਂ ਕਿੱਥੋਂ ਇਹਨਾਂ ਨੇ ਕੈਮਰੇ ਫਿੱਟ ਕਰ ਰੱਖੇ ਆ। ਉਹ IS ਦਾ ਦੱਸ ਦਿੰਦੇ ਹੁੰਦੇ ਸੀਗੇ, ਉਹ IS ਵਾਲੇ ਹੁੰਦੇ ਸੀਗੇ ਨਾ, ਸੀਰੀਆ ਵਾਲੇ। 26 ਜਨਵਰੀ ਨੂੰ ਐਸ ਸਰਹੱਦ ਤੋਂ ਵੜ ਜਾਣਾ ਇਹਨਾਂ ਨੇ। ਮੈਂ ਕਿਹਾ ਵਾਹ ਵੀ ਵਾਹ, ਜਾਂ ਤਾਂ ਤੁਸੀਂ ਰਲੇ ਹੋਏ ਹੋ ਤੇ ਜਾਂ ਬਿਲਕੁਲ ਤੁੱਕੇ ਮਾਰੀ ਹੋ ਰਹੀ ਆ। ਹੁਣ ਦੇਖੋ, ਸਾਨੂੰ ਤੇ ਉਹ ਲੱਗਦਾ ਕਿ ਜਿਵੇਂ ਇੱਥੇ ਬੈਠੇ ਹੁੰਦੇ ਨੇ, ਰੰਗਦਾਰੀਆਂ ਲਈ ਜਾਂਦੇ। ਜੇਲ੍ਹ ਦੇ ਵਿੱਚੋਂ ਰੰਗਦਾਰੀ ਮੰਗੀ ਗਈ ਇਹਨਾਂ ਵੱਲੋਂ। ਜਿਹੜਾ ਕਰੋਲਾ ਕਾਰ ਮੁਹੱਈਆ ਕਰਾਉਣ ਦੇ ਦੋਸ਼ ਵਿੱਚ ਤੇ ਕੁਲਵੀਰ ਨਰੂਆਣਾ ਮਾਰਨ ਦੇ ਦੋਸ਼ ਦੇ ਵਿੱਚ ਮੰਨਾ ਅੰਦਰ ਆ ਜੀ, ਉਹਨੂੰ ਇਸ ਵੇਲੇ ਪੁਲਿਸ ਜਿਹੜੀ ਆ ਬਾਹਰ ਰਿਮਾਂਡ ਤੇ ਲਿਆਈ ਹੈ, ਕਿਉਂਕਿ ਇਹਨਾਂ ਨੇ ਰਾਮਾ ਮੰਡੀ ਦੇ ਵਿੱਚ ਇੱਕ ਕਬਾੜ ਦਾ ਕਾਰੋਬਾਰੀ, ਕਬਾੜ ਦੇ ਵਿੱਚ ਵੀ ਦੇਖੋ ਬਹੁਤ ਪੈਸਾ ਕਮਾਉਣ ਵਾਲੇ ਬੰਦੇ ਬੈਠੇ ਨੇ, ਤਾਂ ਇਹਨਾਂ ਨੇ ਉਹਦੇ ਤੋਂ ਕਰੋੜ ਰੁਪਈਆ ਮੰਗ ਲਿਆ, ਉਹਦੇ ਘਰ ਫਾਇਰਿੰਗ ਵੀ ਹੋ ਗਈ। ਤਾਂ
ਤੋ ਹੁਣ ਸਾਨੂੰ ਤੇ ਇਹ ਲੱਗਦਾ, ਤੁਸੀਂ ਕਹਿੰਦੇ ਨੱਸ ਗਿਆ ਜੀ ਕੈਨੇਡਾ ਚੋਂ, ਨੱਸ ਗਿਆ ਅਮਰੀਕਾ ਵੜ ਗਿਆ, ਸਾਨੂੰ ਤੇ ਇਹ ਲੱਗਦਾ ਵੀ ਇੱਥੇ ਤੁਰੇ ਫਿਰਦੇ ਨੇ। ਇਹਨਾਂ ਦਾ ਡਰ ਇੱਥੇ, ਜਿੱਥੇ ਡਰ ਆ, ਜਿੱਥੇ ਡਰ ਦਾ ਹੀ ਬਿਜ਼ਨਸ ਹੋਈ ਜਾਂਦਾ ਤਾਂ ਉੱਥੇ ਉਹ ਜਿੱਥੇ ਮਰਜ਼ੀ ਬੈਠੇ ਹੋਣ। ਸੋ ਇਹ ਮੀਡੀਆ ਰਿਪੋਰਟਾਂ ਨੇ, ਇਹਦੀ ਕੋਈ ਪੁਸ਼ਟੀ ਨਹੀਂ ਹੈਗੀ, ਕੋਈ ਪੁਲਿਸ ਅਫੀਸ਼ੀਅਲਸ ਵੀ ਨਹੀਂ ਦੱਸ ਰਹੇ ਇਸ ਬਾਰੇ। ਪਰ ਗੱਲ ਇਹ ਹੈ ਕਿ ਤੁਸੀਂ ਪਹਿਲਾਂ ਤਾਂ ਲੋਕੇਸ਼ਨ ਟ੍ਰੇਸ ਕਰੋ, ਫਿਰ ਬੰਦਾ ਡਿਟੇਨ ਕਰਾਓ, ਫਿਰ ਤੁਸੀਂ ਕਾਨੂੰਨੀ ਪੇਚੀਦਗੀ 'ਚ ਫਸੋ, ਜੋ ਵੀ ਉੱਥੋਂ ਦਾ ਲਾਅ ਹੈ, ਜੋ ਵੀ ਰੂਲ ਰੈਗੂਲੇਸ਼ਨ ਹੈ, ਫਿਰ ਉਸ ਤੋਂ ਬਾਅਦ ਹਵਾਲਗੀ, ਫਿਰ ਉਸ ਤੋਂ ਬਾਅਦ ਗੱਲ ਕਰਿਓ। ਹਾਲ ਦੀ ਘੜੀ ਇਹ ਤੁੱਕੇ ਮਾਰੀ ਹੈ। ਪਰ ਕਈ ਵਾਰ ਵਿਜੇ ਜੀ ਕੀ ਹੁੰਦਾ ਹੈ ਕਿ ਇਹ ਪੁਲਿਸ ਵੀ ਆਪਣੇ ਆਪ ਕਰਾ ਦਿੰਦੀ ਹੈ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਖਬਰ ਉਡਾਈ ਜਾਵੇ, ਕੁਝ ਹਿੱਲ-ਜੁਲ ਹੋਵੇ, ਕੁਝ ਚੀਜ਼ਾਂ ਹੁੰਦੀਆਂ ਕਿਉਂਕਿ ਖੁਫੀਆ ਏਜੰਸੀਆਂ ਜਾਂ ਵਿਰੋਧੀ ਜਿਹੜੇ ਹੁੰਦੇ ਨੇ ਗੈਂਗ, ਉਹ ਤੇ ਪਿੱਛੇ ਬੰਦੇ ਤੇ ਲੱਗੇ ਹੁੰਦੇ ਆ ਕਿਤੇ ਨਾ ਕਿਤੇ, ਕਦੇ ਨਾ ਕਦੇ ਦਾ ਭਾਲਦੇ ਆ। ਤਾਂ ਕਈ ਵਾਰ ਇਹ ਇੱਕ ਸਟ੍ਰੈਟਜੀ ਵੀ ਹੁੰਦੀ ਹੈ। ਖੈਰ ਦੇਖਦੇ ਆ ਅੱਗੇ ਕਿੱਥੋਂ ਕੀ ਹੁੰਦਾ ਹੈ। ਪਰ ਜਿਹੜੇ ਇਹਨਾਂ ਨੇ ਡਿਟੇਨ ਕਰੇ ਸੀਗੇ ਅਜ਼ਰਬੈਜਾਨ ਦੇ ਵਿੱਚ, ਇੱਕ ਕੈਨੀਆ ਦੇ ਵਿੱਚ, ਹਜੇ ਤੱਕ ਤੇ ਉਹਨਾਂ ਦਾ ਕੋਈ ਪਤਾ ਸੁਰ ਨਹੀਂ ਲੱਗਾ। ਇਹਨਾਂ ਨੇ ਗੋਲਡੀ ਪਹਿਲਾਂ ਵੀ ਲੱਭ ਲਿਆ ਕਿ ਉਹ ਜੀ ਕੈਨੇਡਾ ਰਹਿੰਦਾ ਸੀਗਾ। ਜੇ ਇੰਨੀ ਤੁਹਾਡੀ ਜਾਣਕਾਰੀ ਹੈ ਤੇ ਕੈਨੇਡਾ ਜਿੱਥੇ ਰਹਿੰਦਾ ਸੀ ਉਹ ਕੈਨੇਡਾ ਵਾਲਿਆਂ ਨੂੰ ਦੱਸ ਦਿਓ। ਜੀ ਮਿੰਟੂ ਜੀ, ਇਹ ਦੱਸਿਓ ਜਿਹੜਾ ਚੰਡੀਗੜ੍ਹ ਮੋਹਾਲੀ ਵਾਲਾ 에ਅਰਪੋਰਟ ਹੈ ਉਹਦਾ ਨਾਂ ਹੁਣ ਬਦਲ ਕੇ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਰੱਖ ਦਿੱਤਾ ਗਿਆ, ਪਰ ਜਿਹੜੀ ਮੇਨ ਮੰਗ ਸੀ ਕਹਿੰਦੇ ਅਜੇ ਵੀ ਬਰਕਰਾਰ ਹੈ, ਕੀ ਵੇਰਵਾ ਜੀ? ਦੇਖੋ, ਇਹ ਨਾਂ ਬਦਲ ਕੇ ਰੱਖ ਦਿੱਤਾ ਸੀਗਾ। ਕੱਲ ਜਦੋਂ ਮਨ ਕੀ ਬਾਤ ਕਰਨ ਆਏ ਨਰਿੰਦਰ ਮੋਦੀ ਜੀ, ਵੈਸੇ ਮਨ ਕੀ ਬਾਤ ਤੁਹਾਨੂੰ ਪਤਾ ਜਦੋਂ ਕਰਦੇ ਆ ਨਾ ਤਾਂ ਜਨ ਕੀ ਦਿਲ ਕੀ ਧੜਕਨ ਜਿਹੜੀ ਹੈ ਨਾ, ਉਹ ਬਸ ਦਿਲ ਘੁੰਮ ਕਰਨ ਲੱਗ ਜਾਂਦਾ ਕਿ ਕੁਝ ਹੋਰ ਹੀ ਨਾ ਕਹਿ ਦੇਣਾ ਕਿ ਅੱਜ ਤੋਂ ਆਹ ਬੰਦ ਹੈ ਜੀ, ਅੱਜ ਤੋਂ ਆਹ ਖੁੱਲ ਗਿਆ। ਤਾਂ ਪਰ ਉਹਨਾਂ ਨੇ ਇੱਕ ਵਧੀਆ ਖਬਰ ਸੁਣਾਈ ਕਿ 28 ਸਤੰਬਰ ਜਿੱਦਣ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਹੁੰਦਾ ਹੈ ਕਿ ਇਸ ਦਿਨ ਤੋਂ ਜਿਹੜਾ ਚੰਡੀਗੜ੍ਹ ਵਾਲਾ 에ਅਰਪੋਰਟ ਆ ਉਹ ਹੋ ਜਾਏਗਾ ਭਗਤ ਸਿੰਘ ਜੀ ਦੇ ਨਾਮ ਤੇ। ਹੁਣ ਚਲੋ ਇਹ ਸੋਚਿਆ ਕਿ ਮਾਮਲਾ ਨਿਬੜ ਜਾਏਗਾ, ਪਰ ਹੁਣ ਜਿਹੜੇ ਹੈਗੇ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੇ ਭਤੀਜੇ ਪ੍ਰੋਫੈਸਰ ਜਗਮੋਹਨ ਜੀ, ਉਹ ਕਹਿੰਦੇ ਆ ਕਿ ਚੰਡੀਗੜ੍ਹ ਹਵਾਈ ਅੱਡੇ ਦਾ ਨਾਮ ਭਗਤ ਸਿੰਘ ਦੇ ਨਾਮ ਤੇ ਰੱਖਣ ਦਾ ਤਾਂ ਅਸੀਂ ਸਵਾਗਤ ਕਰਨੇ ਆ, ਕੋਈ ਉਹਦੇ 'ਚ ਉਹ ਨਹੀਂ ਹੈਗਾ। ਪਰ ਇਹਦੇ ਨਾਲ ਜੋ ਸ਼ਹੀਦ ਰਾਜਗੁਰੂ ਜੀ ਹੈ ਜਾਂ ਸ਼ਹੀਦ ਸੁਖਦੇਵ ਜੀ ਹੈ ਕਿ ਇਹਨਾਂ ਦੀਆਂ ਵੀ ਤਸਵੀਰਾਂ ਲਾਈਆਂ ਜਾਣ। ਤਾਂ ਤਸਵੀਰਾਂ ਲਾਉਣ ਦਾ ਮਾਮਲਾ ਹੈ, ਹੋਰ ਕੁਛ ਨਹੀਂ ਹੈ ਕਿ ਹਵਾਈ ਅੱਡੇ ਦੇ ਅੰਦਰ ਭਗਤ ਸਿੰਘ ਜੀ ਦੇ ਨਾਲ ਰਾਜਗੁਰੂ ਤੇ ਸੁਖਦੇਵ ਜੀ ਦੀਆਂ ਤਸਵੀਰਾਂ ਲਾਈਆਂ ਜਾਣ। ਉਹਨਾਂ ਦਾ ਕਹਿਣਾ ਸੀਗਾ ਕਿ ਸ਼ਹੀਦ ਭਗਤ ਸਿੰਘ ਜੀ ਦੇ ਜਿਹੜੇ ਮਾਤਾ ਸੀਗੇ ਵਿਦਿਆਵਤੀ, ਉਹਨਾਂ ਦਾ ਮੰਨਣਾ ਸੀ ਕਿ ਉਹਨਾਂ ਦਾ ਪੁੱਤਰ ਇਕੱਲਾ ਖੜਾ ਰਹਿਣਾ ਪਸੰਦ ਨਹੀਂ ਹੈ, ਉਹਨਾਂ ਨੂੰ ਆਪਣੇ ਸਾਥੀਆਂ ਨਾਲ ਰਹਿਣ ਦੇਣਾ ਚਾਹੀਦਾ ਹੈ। ਤਾਂ ਗੱਲ ਇਹ ਹੈ ਕਿ ਦੇਖੋ, ਇੱਕ ਭਾਵਨਾ ਹੈ ਜਿਹਦੀ ਉਹ ਤਰਜਮਾਨੀ ਕਰ ਰਹੇ ਨੇ ਜਗਮੋਹਨ ਜੀ, ਜੀ ਉਹ ਹੋ ਸਕਦਾ ਲਾ ਵੀ ਦੇਣ ਤਸਵੀਰਾਂ। ਪਰ ਗੱਲ ਇਹ ਹੈ ਕਿ ਦੇਖੋ, ਮੈਂ ਨਾ ਬੜੀ ਅਜੀਬੋ ਗਰੀਬ ਪਸ਼ੂ ਪੇਸ਼ ਦੇ ਵਿੱਚ ਫਸ ਜਾਂਦਾ, ਕਈ ਵਾਰ ਸ਼ਸ਼ੋ ਪੰਜ ਦੇ ਵਿੱਚ ਫਸ ਜਾਂਦਾ ਕਿ ਇੰਡੀਆ ਦੇ ਵਿੱਚ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ, ਕਿਉਂਕਿ ਭਗਤ ਸਿੰਘ ਹੋਰਾਂ ਨੇ ਕੁਰਬਾਨੀ ਇਸ ਕਰਕੇ ਨਹੀਂ ਦਿੱਤੀ ਸੀ ਕਿ 에ਅਰਪੋਰਟ ਦੇ ਸਾਡੇ ਨਾਮ ਤੇ ਲੜੀ ਜਾਏ 5 ਸਾਲ। ਜੀ ਐਸ ਕਰਕੇ ਨਹੀਂ ਸੀ। ਉਹਨਾਂ ਦੀ ਸੋਚ ਨੂੰ, ਗੱਲ ਤਾਂ ਉਹੀ ਹੈ ਨਾ ਕਿ ਸੋਚ ਨੂੰ ਤਾਂ ਕੋਈ ਸਮਝ ਹੀ ਨਹੀਂ ਰਿਹਾ ਕਿ ਕਿਸ ਤਰ੍ਹਾਂ ਦੀ ਸੋਚ ਹੈ। ਤਾਂ ਗੱਲ ਇਹ ਹੈ ਕਿ ਨਾ, ਜੇ ਮੰਨ ਲਓ 에ਅਰਪੋਰਟ ਦਾ ਨਾਂ ਨਾ ਵੀ ਹੋਏਗਾ, 5 ਸਾਲ ਉਹਦੇ ਲਈ ਲੜੀ ਗਏ, ਤੇ ਕੀ ਜਹਾਜ਼ ਉੱਡਣ ਤੋਂ ਨਾ ਕਰ ਦੇਗਾ ਕਿ ਇਹਦਾ ਨਾਂ ਨਹੀਂ ਹੈਗਾ ਜੀ, ਮੈਂ ਨਹੀਂ ਉੱਡਣਾ। ਤਾਂ ਗੱਲ ਇਹ ਹੈ ਕਿ ਉੱਥੋਂ ਸਾਡਾ 1500 ਕਰੋੜ ਰੁਪਈਆ ਲੱਗਾ ਉਹਦੇ ਤੇ ਵਿਜੇ ਜੀ। ਆਪਣੀ 500 ਕਰੋੜ ਦੀ ਤਕਰੀਬਨ ਜਾਇਦਾਦ ਹੈ ਪੰਜਾਬ ਵਾਲਿਆਂ ਦੀ, ਫਿਰ 25% ਦੇ ਵਿੱਚ ਆ ਗਏ ਹਰਿਆਣੇ ਵਾਲੇ, ਤੇ ਬਾਕੀ ਦਾ ਜਿਹੜਾ ਪੈਸਾ ਹੈ ਉਹ ਕੇਂਦਰ ਨੇ ਲਾਇਆ ਗਿਆ ਹੈ। ਉਹ ਸਾਰਾ ਬੇਕਾਰ ਹੈ ਕਿਉਂਕਿ 1-2 ਕਮਾਂਤਰੀ ਫਲਾਈਟਾਂ, ਉਸ ਤੋਂ ਬਾਅਦ ਫੇਰ ਠੁੱਸ ਕੰਮ ਜੀ। ਉੱਥੇ UK ਨੂੰ ਚਲਾਓ, ਕੈਨੇਡਾ ਨੂੰ ਚਲਾਓ, US ਨੂੰ ਚਲਾਓ, ਹੋ ਸਕੇ ਆਸਟ੍ਰੇਲੀਆ ਨਿਊਜ਼ੀਲੈਂਡ ਨੂੰ ਚਲਾਓ, ਜਿੱਥੇ ਕੁਝ ਫਾਇਦਾ ਹੋਵੇ। ਲੜੀ ਜਾ ਰਹੇ ਅਸੀਂ 5-7 ਸਾਲ ਤੋਂ, ਨਾ ਪਿੱਛੇ ਲੜੀ ਜਾ ਰਹੇ ਆ। ਇਹ ਨਹੀਂ ਪੁੱਛਦੇ ਵੀ ਗੱਲ ਇਹ ਆ ਕਿ ਜੇ 1500 ਕਰੋੜ ਲਾ ਕੇ ਇੱਥੋਂ ਜਹਾਜ਼ ਹੀ ਨਹੀਂ ਉੱਡਣੇ ਤੇ ਇਹ ਤੂੜੀ ਭਰਨ ਨੂੰ ਉੱਥੇ ਬਣਾਇਆ ਹੋਇਆ ਜੀ, ਇਹਦੇ 'ਚ ਤੂੜੀ ਭਰੋ, ਫਿਰ ਕੋਈ 4 ਦਿਨ ਡੰਗਰ ਤੇ ਰੱਜ ਕੇ ਖਾ ਲੈਣ ਉੱਥੇ ਨੇੜੇ ਤੇੜੇ। ਤਾਂ ਗੱਲ ਇਹ ਆ ਕਿ ਸਾਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਆ ਕਿ ਬਾਈ ਠੀਕ ਹੈ, ਨਾਂ ਰੱਖ ਦਿੱਤਾ ਗਿਆ, ਠੀਕ ਆ, ਤਸਵੀਰਾਂ ਜੇ ਲਾਉਣੀਆਂ ਚਾਹਣ ਤਾਂ ਕੋਈ ਗੱਲ ਨਹੀਂ, ਲਾ ਦਿਓ, ਸਵਾਗਤ ਆ। ਪਰ ਜਿਹੜਾ ਮੁੱਦਾ ਹੈ ਉਹ ਮੁੱਦੇ ਦੀ ਗੱਲ ਕਰਨੀ ਚਾਹੀਦੀ ਹੈ ਕਿ ਇੱਥੋਂ ਕੌਮਾਂਤਰੀ ਫਲਾਈਟਾਂ ਜਿਹੜੀਆਂ ਉਹ ਵੱਧ ਤੋਂ ਵੱਧ ਜਿਹੜੀਆਂ ਉਹ ਕਨੈਕਟ ਕੀਤੀਆਂ ਜਾਣ। ਜੀ ਮਿੰਟੂ ਜੀ, ਗੱਲ ਦੱਸਿਓ ਬਰੀਫਲੀ ਕੀ ਹੋਇਆ ਕਿ ਰੌਲਾ ਕੋਈ ਕੈਨੇਡਾ ਦੇ ਵਿੱਚ ਪਿਆ ਸੀ ਤੇ ਮਾਮਲਾ ਪਹੁੰਚ ਗਿਆ ਪੰਜਾਬ ਦੇ ਥਾਣੇ 'ਚ। ਹਾਂ ਦੇਖੋ, ਬੜੇ ਰੌਲੇ ਪੈਣ ਰਹੇ ਨੇ ਤੇ ਮਾਮਲੇ ਜਿਹੜੇ ਉਹ ਪੰਜਾਬ 'ਚ ਆ ਕੇ ਨਿਬੜ ਰਹੇ ਨੇ। ਇਹ ਇੱਕ ਵੱਖਰੀ ਗੱਲ ਆ ਕਿ ਇੱਥੋਂ ਦੀ ਸ਼ਾਇਦ ਪੁਲਿਸ ਜਿਹੜੀ ਆ ਉਹ ਉਹਨੂੰ ਤਕਲੀਫ ਨਹੀਂ ਦੇਣਾ ਚਾਹੁੰਦੇ, ਵਾਪਸ ਇੱਥੇ ਪੰਜਾਬ ਕੋਲ ਆ ਰਹੇ ਆ। ਤਾਂ ਇਹ ਮਾਮਲਾ ਜਿਹੜਾ ਕੈਨੇਡਾ ਦਾ ਹੈ,
ਇਹਦੇ ਵਿੱਚ ਕੀ ਹੈ ਕਿ ਅੰਮ੍ਰਿਤਸਰ ਦੇ ਅੰਦਰ FIR ਦਰਜ ਕੀਤੀ ਗਈ ਆ। ਤਾਂ ਪਰਿਵਾਰ ਵੱਲੋਂ ਜਿਹੜੀ FIR ਦਰਜ ਕੀਤੀ ਗਈ ਹੈ ਕੁੜੀ ਦੇ ਪਰਿਵਾਰ ਵੱਲੋਂ ਕਿ ਸ਼ਾਦੀ 2016 ਚ ਹੋਈ ਸੀ, ਉਸ ਤੋਂ ਬਾਅਦ ਕਾਰ ਵਗੈਰਾ ਦਿੱਤੀ ਗਈ, ਪਰ ਲੜਕੇ ਦਾ ਪਰਿਵਾਰ ਜਿਹੜਾ ਉਹ ਸੰਤੁਸ਼ਟ ਨਹੀਂ ਸੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਕਿ ਸਾਡਾ ਮੁੰਡਾ B.Tech ਹੋਲਡਰ ਸੀਗਾ, ਡਿਗਰੀ ਹੋਲਡਰ, B.Tech ਡਿਗਰੀ ਕੀਤੀ ਹੋਈ ਸੀਗੀ, ਕਿ ਇਹਨੂੰ ਬਾਈ ਤੁਸੀਂ ਏਦਾਂ ਕਰੋ ਬਾਹਰ ਭੇਜ ਦਿਓ, ਦੋਵੇਂ ਜੀ ਚਲੇ ਜਾਣਗੇ। ਫਿਰ ਕੁੜੀ ਦਾ ਪੈਸਾ ਜਿਹੜਾ ਸਾਰਾ ਕੁੜੀ ਵਾਲੇ ਲਾਉਂਦੇ ਨੇ ਤੇ ਬਾਅਦ ਚ ਸਪਾਊਸ ਵੀਜ਼ਾ ਬੋਲਦੇ ਆ ਨਾ ਉਹਨੂੰ, ਸਪਾਊਸ ਵੀਜ਼ਾ ਲਵਾ ਕੇ ਤੇ ਮੁੰਡਾ ਵੀ ਉੱਥੇ ਘੱਲ ਦਿੱਤਾ। ਤੇ ਦੱਸਦੇ ਆ ਕਿ ਉਹ ਕੁੜੀ ਨੇ ਜਦੋਂ ਵੇਖਿਆ ਕਿ ਮੁੰਡਾ ਛੋਟੇ ਛੋਟੇ ਜਿਹੇ ਕੰਮ ਲੱਭਦਾ ਫਿਰਦਾ ਹੈ, B.Tech ਵਾਲਾ ਕੀ ਚੱਕਰ ਆ, ਉੱਥੋਂ ਨੂੰ ਸ਼ੱਕ ਹੋਇਆ। ਫਿਰ ਉਹ ਕਿਤੇ ਨਹੀਂ ਉਹਨੇ ਨਿਆਂ ਦਿੱਤਾ, ਢਾਹ ਦਿੱਤੀ। ਫਿਰ ਮਾਮਲਾ ਤੁਰਦਾ ਕਿਤੇ ਕਿਸੇ ਅਥਾਰਟੀ ਕੋਲ ਗਿਆ ਤਾਂ ਉੱਥੇ ਉਹਨੇ ਉਹ ਡਿਗਰੀ ਲਾ ਦਿੱਤੀ, ਜਿੱਥੋਂ ਪਤਾ ਲੱਗਿਆ ਕਿ ਉੱਥੇ ਡਿਗਰੀ ਫਰਜ਼ੀ ਹੈ। ਉਸ ਤੋਂ ਬਾਅਦ ਫਿਰ ਉਹਦੇ ਨਾਲ ਝਗੜਾ ਜਿਹੜਾ ਉਹ ਵੱਧ ਗਿਆ, ਤਾਂ ਫਿਰ ਉਹ ਵਾਪਸ ਪੰਜਾਬ ਦੇ ਵਿੱਚ ਆਉਂਦੀ ਆ ਆਪਣੇ ਪੇਰੈਂਟਸ ਦੇ ਕੋਲ, ਤੇ ਹੁਣ ਇਹ ਪੁਲਿਸ ਸ਼ਿਕਾਇਤ ਦਰਜ ਕੀਤੀ ਜਾਂਦੀ ਹੈ। ਤਾਂ ਤੁਸੀਂ ਦੇਖ ਲਓ ਕਿ ਕੀ ਹਿਸਾਬ ਕਿਤਾਬ ਚੱਲਣ ਡਿਆ। ਇੱਧਰ ਇੱਕ ਖਬਰ ਹੋਰ ਸੀਗੀ ਇਸੇ ਤਰ੍ਹਾਂ ਦੀ, ਕਿਤੇ ਕੁੜੀ ਸ਼ਿਕਾਇਤ ਕਰ ਰਹੀ ਹੈ, ਕਿਤੇ ਮੁੰਡਾ ਸ਼ਿਕਾਇਤ ਕਰ ਰਿਹਾ। ਉਹ ਪਟਿਆਲੇ ਦੇ ਲਾਗੇ ਦੀ ਸੀਗੀ, ਉਹਦੇ ਚ ਵੀ ਇਹ ਕਿਹਾ ਗਿਆ ਕਿ ਦੇਖੋ 16-17 ਲੱਖ ਰੁਪਇਆ ਅਸੀਂ ਆਪਣੇ ਪੱਲਿਓਂ ਖਰਚਿਆ। ਜਦੋਂ ਕੁੜੀ ਉਧਰ ਚਲੇ ਗਈ, ਉਹ ਕਹਿੰਦੀ ਮੈਂ ਤੇ ਤੇਰੇ ਨਾਲ ਸ਼ਾਦੀ ਕਰਵਾਉਣ ਨੂੰ ਨਹੀਂ ਸੀ ਫਿਰਦੀ, ਕਿਤੇ ਜ਼ਬਰਦਸਤੀ ਕਰਵਾਤੀ ਮੇਰੀ ਜੀ ਜਾ ਪਰੇ ਤੋਂ। ਤਾਂ ਕਿਤੇ ਕੋਈ ਕੁੜੀ ਵਾਲਾ, ਕਿਤੇ ਮੁੰਡੇ ਵਾਲਾ, ਤੇ ਰਿਸ਼ਤਾ ਜਿਹਨੂੰ ਆਪਾਂ ਰਿਸ਼ਤੇ ਕਹਿ ਦਿੰਦੇ ਆ, ਕਿ ਉਹ ਰਿਸ਼ਤੇ ਵਿੱਚ ਵਿਚਾਲੇ ਸਹਿਕਦੇ ਪਏ ਕਿ ਬਣ ਕੀ ਰਿਹਾ, ਚੱਲ ਕੀ ਰਿਹਾ, ਚੱਲ ਕੀ ਰਿਹਾ ਜੀ। ਭਾਈ ਜੇ ਤੁਸੀਂ ਇੱਕ ਦੂਜੇ ਨਾਲ ਰਿਸ਼ਤੇ 'ਚ ਵੱਜ ਗਏ ਹੋ, ਸੰਭਾਲੋ ਇਹਨੂੰ, ਸੰਭਾਲ ਲਵੋ, ਕਿਉਂਕਿ ਰਿਸ਼ਤਾ ਕੱਲਾ ਨਹੀਂ ਟੁੱਟਦਾ ਜੀ, ਉਹਦੇ ਨਾਲ ਕਈ ਘਰ ਟੁੱਟ ਜਾਂਦੇ ਨੇ, ਕਈ ਰਿਸ਼ਤੇ ਹੋਰ ਟੁੱਟ ਜਾਂਦੇ ਨੇ। ਸੋ ਇਹਨਾਂ ਨੂੰ ਸੰਭਾਲਿਆ ਕਰੋ, ਜੇ ਨਹੀਂ ਤੇ ਉਦੋਂ ਹੀ ਜਵਾਬ ਦੇ ਦਿਓ, ਜੇ ਨਹੀਂ ਸੰਭਾਲ ਸਕਦੇ। ਤੇ ਜੇ ਇੱਕ ਵਾਰੀ ਇਹ ਗਵਾਚ ਕੇ ਫਿਰ ਗੂਗਲ ਤੇ ਵੀ ਸਰਚਾਂ ਮਾਰ ਕੇ ਲੱਭ ਲਿਓ, ਇਹ ਲੱਭਣੇ ਨਹੀਂ ਹੈ। ਬਿਲਕੁਲ ਬਿਲਕੁਲ ਮਿੰਟੂ ਜੀ। ਤੇ ਅੱਜ ਦੀ ਖੁਸ਼ਨੁਮਾ ਖਬਰ ਕੀ ਹੈ ਜੀ? ਖੁਸ਼ਨੁਮਾ ਖਬਰ ਇੱਕ ਪਿਤਾ ਦੀ ਕਹਾਣੀ, ਦੁਖੀ ਪਿਤਾ ਦੀ ਕਹਾਣੀ। ਬਹੁਤ ਦੁਖੀ ਸੀਗਾ ਕਿਉਂਕਿ ਲੜਕੀ ਜਿਹੜੀ ਸੀਗੀ ਵਿਚਾਰੇ ਦੀ, ਉਹ ਜਮਾਂਦਰੂ ਹੀ ਕਹ ਲੋ ਕਿ ਅਸਮਰੱਥ ਸੀ, ਖਾਣਾ ਖਾਣ ਤੋਂ ਵੀ ਅਸਮਰੱਥ। ਹੋਇਆ ਕਿ ਕੰਮਕਾਰ ਵਾਲਾ ਬੰਦਾ ਸੀ, ਮਿਹਨਤਕਸ਼ ਇਨਸਾਨ ਸੀਗਾ, ਚਲੋ ਘਰ ਦੀ ਉਹਦੀ ਸਹਿਯੋਗ ਕਰਦੀ ਸੀਗੀ ਜੀ। ਮਾਮਲਾ ਗੋਆ ਦਾ ਹੈ। ਹੁਣ ਹੋਇਆ ਕਿ ਵੇਖੋ ਕਈ ਬੰਦਿਆਂ ਦੇ ਨਾ ਵਿਜੇ ਜੀ ਇਮਤਿਹਾਨ ਸਮਾਂ ਲਈ ਜਾਂਦਾ, ਉਹਨਾਂ ਦਾ ਸਮਾਂ ਹੀ ਸਮੇਂ ਦੇ ਇਮਤਿਹਾਨਾਂ ਚ ਲੰਘ ਜਾਂਦਾ ਸਾਰਾ ਜ਼ਿੰਦਗੀ ਦਾ। ਬਾਅਦ ਚ ਕੀ ਹੋਇਆ ਕਿ ਬੀਵੀ ਵੀ ਬਿਮਾਰ ਪੈ ਗਈ, ਇੰਨੀ ਜ਼ਿਆਦਾ ਬਿਮਾਰ ਪਈ ਕਿ ਉਹ ਵੀ ਬਿਸਤਰ ਤੋਂ ਹਿੱਲ ਨਹੀਂ ਸੀ ਸਕਦੀ। ਹੁਣ ਉਹ ਕੰਮ ਤੇ ਜਾਵੇ ਜਾਂ ਉੱਥੇ ਬੱਚੀ ਨੂੰ ਸੰਭਾਲੇ ਜੀ। ਤਾਂ ਫਿਰ ਉਸ ਬੰਦੇ ਨੇ ਆਪਣੇ ਹਿਸਾਬ ਕਿਤਾਬ ਦੇ ਨਾਲ, ਆਪਣੇ ਦਿਮਾਗ ਦੇ ਨਾਲ ਇੱਕ ਰੋਬੋਟ ਤਿਆਰ ਕਰ ਦਿੱਤਾ, ਜਿਹਨੂੰ ਨਾਮ ਦਿੱਤਾ ਮਾਂ ਰੋਬੋਟ, ਜੋ ਬੱਚੇ ਨੂੰ ਖਾਣਾ ਤੱਕ ਮੁਹੱਈਆ ਕਰਵਾ ਦਿੰਦਾ ਸੀ, ਸਰਵ ਕਰ ਦਿੰਦਾ ਸੀਗਾ। ਤਾਂ ਅੱਜ ਉਸ ਦੁਖੀ ਪਿਤਾ ਦੀ, ਜਿੱਥੇ ਉਹ ਦੁਖਾਂਤਕ ਕਹਾਣੀ ਇੰਡੀਆ ਦੇ ਅਖਬਾਰਾਂ 'ਚ ਛਪੀ ਹੈ, ਉੱਥੇ ਉਸ ਬੰਦੇ ਦੀ ਇਸ ਕਾਢ ਨੂੰ, ਇਸ ਖੋਜ ਨੂੰ, ਕਿ ਜਿਸ ਤਰੀਕੇ ਨਾਲ ਉਹਨੇ ਮਸ਼ੀਨ ਤਿਆਰ ਕੀਤੀ ਜਿਹਦੇ ਵਿੱਚ ਖਾਣਾ ਜਿਹੜਾ ਉਹ ਸਾਰਾ ਪਰੋਸਿਆ ਜਾਂਦਾ, ਸਾਰਾ ਕੁਛ, ਤਾਂ ਉਹਦੀ ਜਿਹੜੀ ਇਹ ਕਾਢ ਹੈ ਉਹਦੀ ਬੱਲੇ ਬੱਲੇ ਹੋ ਰਹੀ ਹੈ ਜੀ। ਕੁਝ ਲੋਕ ਹੁੰਦੇ ਆ ਕਿ ਜਿਹੜੇ ਸਮੇਂ ਦੇ ਸਾਹਮਣੇ ਹਮੇਸ਼ਾ ਇੱਕ ਢਾਕ ਹੀ ਰਹਿੰਦੇ ਆ ਕਿ ਭਾਈ ਤੈਨੂੰ ਢਾਉਣਾ ਹੈ ਕਦੇ ਨਾ, ਜਿੰਨੀਆਂ ਮਰਜ਼ੀ ਮੁਸੀਬਤਾਂ ਆ ਜਾਣ। ਤਾਂ ਖੈਰ ਦੁਆ ਕਰਦੇ ਆ ਕਿ ਇਹੋ ਜਿਹੇ ਇਨਸਾਨ ਤੇ ਜਿੰਨੀਆਂ ਭੀੜਾਂ ਪੈ ਗਈਆਂ ਹੁਣ ਉਨੀਆਂ ਹੀ ਬਹੁਤ ਆ, ਇਸ ਇਨਸਾਨ ਨੂੰ ਹੁਣ ਥੋੜੀ ਬਹੁਤੀ ਸਮਾਜ ਵਧੀਆ ਖੁਸ਼ੀ ਜਾਂ ਖੁਸ਼ਨੁਮਾ ਜ਼ਿੰਦਗੀ ਦੇ ਵਿੱਚ ਬਿਹਤਰ ਹੋਏਗਾ, ਦੁਆ ਹੀ ਹੈ ਜੀ।